नमस्कार दोस्तों, ਅੱਜ ਆਪਾਂ जो गल करन जा रहे हैं अपने 9th क्लास ਦੇ ਪੈਸ ਦੇ ਪੇਪਰ ਦੇ ਸੋਲੂਸ਼ਨ ਕੀ ਦੀ ਗੱਲ ਕਰਨ ਜਾ ਰਹੇ ਹਾਂ ਕਿ ਕੁਐਸਚਨਸ ਨੂੰ ਕਿਵੇਂ ਟੈਕਲ ਕਰਨਾ ਹੈ, ਕਿਵੇਂ ਸੋਲਵ ਕਰਨਾ ਹੈ। ਉਮੀਦ ਕਰਦਾ ਤੁਹਾਨੂੰ ਸਾਰਿਆਂ ਦੇ ਉਹ ਪੇਪਰ ਬਹੁਤ ਵਧੀਆ ਹੋਇਆ ਹੋਣਾ ਹੈ, ਪਰ ਆਪਾਂ ਜੋ ਅੱਜ ਗੱਲ ਕਰ ਰਹੇ ਹਾਂ ਕਿ ਕੋਈ ਸ਼ਾਰਟਕਟ ਤਰੀਕਾ ਹੈ ਜਾਂ ਕਿਸ ਟਾਈਪ ਦੇ ਕੁਐਸਚਨ ਜਾਂ ਆਪਾਂ ਉਸ ਵੇਰੀਏਸ਼ਨ ਕਰ ਸਕਦੇ ਹਾਂ। ਅੱਜ ਆਪਾਂ ਉਸ ਤੇ ਗੱਲ ਕਰਨੀ ਹੈ। ਤਾਂ ਪਹਿਲੇ ਕੁਐਸਚਨ ਤੋਂ ਆਪਾਂ ਸਟਾਰਟ ਕਰਦੇ ਹਾਂ। फर्स्ट क्वेश्चन की है अपना x ਧੂਰੇ ਤੇ स्थित कोई बिंदु ਦਾ कोटि की होवेगा। जो ਆਪਾਂ ਨੂੰ क्वेश्चन ਦਿੱਤਾ ਹੋਇਆ ਹੈ ਕੀ ਹੋਵੇਗਾ ਜਾਂ ਕਿੰਨਾ ਹੋਵੇਗਾ। what is the ordinate of a point, what is the ordinate of a point lie on x-axis। एक क्वेश्चन है, ऑप्शंस आपां नूं की दित्तियां हुई हैं 0 1 2 -1 आपां नूं दिता होया है। हुण सब तो पहला x ਧੂਰੇ ते बिंदु है जो दिता है, ते x ਧੂਰੇ ते बिंदु किस रूप च हुंदा है x0 च, ਤੇ x ਵਾਲੇ ਨੂੰ ਕੀ ਬੋਲਦੇ ਨੇ ਭੁਜ ਅਬਸਿਸਾ, y ਵਾਲੇ ਨੂੰ ਬੋਲਦੇ ਨੇ ਕੋਟੀ ਆਰਡੀਨੇਟ। ਤੇ ਆਪਾਂ ਨੂੰ ਪਤਾ ਜਦੋਂ ਪੁਆਇੰਟ x0 ਸ਼ੇਪ 'ਚ ਹੁੰਦਾ ਉਹ 2 0 ਹੋ ਸਕਦਾ ਹੈ, -3 0 ਹੋ ਸਕਦਾ ਹੈ, -6 0 ਹੋ ਸਕਦਾ ਹੈ, 10 0 ਹੋ ਸਕਦਾ ਹੈ। ਤਾਂ ਜਿਹੜਾ ਕੋਟੀ ਹੈ ਉਹ ਹਮੇਸ਼ਾ ਕੀ ਹੋਣਾ ਹੈ 0 ਹੀ ਹੋਣਾ ਹੈ। ਜੋ ਆਰਡੀਨੇਟ ਹੈ दैट इज ऑलवेज 0। ਤਾਂ ਫਿਰ ਇਹਦਾ ਕੋਟੀ ਕੀ ਆ ਗਿਆ 0। ਜੋ ਨੈਕਸਟ ਕੁਐਸਚਨ ਹੈ ਹੇਠਾਂ ਦਿੱਤੇ ਵਿੱਚੋਂ ਕਿਹੜਾ ਬਹੁਪਦ, ਇੱਕ ਆਪਾਂ ਨੂੰ ਬਹੁਪਦ ਦਿੱਤਾ ਹੋਇਆ ਹੈ px ਬਰਾਬਰ x ਪਲਸ 5 x ਮਾਈਨਸ 2 ਦੀ ਸਿਫਰ ਹੈ। Which of the following is zero of polynomial px बराबर x plus 5 x minus 2। ਆਪਾਂ ਨੂੰ ਆਹ ਸਟੇਟਮੈਂਟ ਦਿੱਤੀ ਹੋਈ ਹੈ। ਆਪਸ਼ਨਸ ਨੇ ਆਪਣੇ ਕੋਲੇ -5 0 -2 ਤੇ 5। ਆਪਣੇ ਕੋਲੇ ਆ 4 ਆਪਸ਼ਨਸ ਨੇ। ਹੁਣ ਜਿਹੜਾ ਬਹੁਪਦ ਆਪਾਂ ਨੂੰ ਦਿੱਤਾ ਦੇਖੋ ਆਹ, ਕਿਉਂਕਿ ਇਹ ਗੁਣਾ ਦੇ ਰੂਪ ਦੇ ਵਿੱਚ ਹੈ, ਜਿਹੜਾ ਵੀ ਬਹੁਪਦ ਆਪਾਂ ਨੂੰ ਦਿੱਤਾ ਇਹ ਆਪਾਂ ਨੂੰ ਦੋ ਵਿਅੰਜਕਾਂ ਦੀ ਗੁਣਾ ਦੇ ਰੂਪ ਦੇ ਵਿੱਚ ਹੈ। ਤੇ ਸਿਫਰ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ, ਇੱਕ ਵਾਰ ਇਹਨੂੰ 0 ਭਰ ਦਿਓ, ਦੂਜੀ ਵਾਰ ਇਹਨੂੰ 0 ਭਰ ਦਿਓ। x ਪਲਸ 5 ਬਰਾਬਰ ਹੈ 0, 5 ਉਧਰ ਜਾ ਕੇ ਕਾਹਦਾ ਹੋ ਗਿਆ ਮਾਈਨਸ ਦਾ। x ਮਾਈਨਸ 2 ਬਰਾਬਰ ਹੈ 0, 2 ਉਧਰ ਜਾ ਕੇ ਕਾਹਦਾ ਹੋ ਗਿਆ प्लस का। तो यदियाँ दो सिफर ने -5 ते 2, तो आपको एक सिफर चाहिए है, तो अपना आंसर की आ गया। फिर पहली ऑप्शन अपने को की आ गया, आंसर आ गया कि जो सिफर है वो कितनी होगी -5। नैक्सट क्वेश्चन पर चलते हैं आप हुण। जो थर्ड क्वेश्चन है आपको एक डायग्राम दी हुई है, एक डायग्राम दे विच उन्होंने की कहा चित्र विच कोण ए ਅਤੇ कोण बी ਦਾ ਸੰਬੰਧ ਕੀ ਹੈ। ਆਪਾਂ ਨੂੰ ਇਹ ਕਿਹਾ ਹੋਇਆ ਹੈ what is the relationship, what is the relationship between angle A and angle B। डायग्राम ਆਪਾਂ ਨੂੰ ਦਿੱਤੀ ਹੋਈ ਹੈ। देखो डायग्राम किस अकॉर्डिंग है, एक्स वाई एक रेखा दी हुई है, एम एन रेखा उस कट रही है ओ बिंदु ते ओ पी लंब है। आपां नूं का चीज़ दी हुई है, इत्थे ए दे रखे, इत्थे बी दे रखे, इत्थे सी दे रखे। ਹੁਣ ਆਪਾਂ जो संबंध पता करना है आप ए ते बी का करना है। तो ऑप्शनस आपां नूं की दित्तियां हुई हैं
पूरक कोण, कॉम्प्लीमेंट्री एंगल्स, संपूरक कोण, सप्लीमेंट्री एंगल्स, जो ਆਪਾਂ ਨੂੰ ਚੁਆਇਸਿਸ ਦਿੱਤੀਆਂ ਹੋਈਆਂ ਇਹਨਾਂ ਵਿੱਚੋਂ ਕੋਈ ਨਹੀਂ, none of these, शिखर सन्मुख कोण, वर्टिकली ओपोजिट एंगल्स। ਆਪਾਂ ਨੂੰ ਆ ਆਪਸ਼ਨਸ ਨੇ ਤਾਂ ਦੇਖੋ A ਤੇ B ਕਿਹਾ ਆ ਰਿਹਾ ਤਾਂ ਰੇਖਾ ਦੀ ਗੱਲ ਕਰ ਰਿਹਾ ਮੈਂ ਸਿਰਫ। ਆ ਨਿਸ਼ਾਨ ਕਿਹਦਾ 90 ਦਾ ਤਾਂ ਇੱਕ ਸਿੱਧੀ ਰੇਖਾ ਤੇ ਤਿੰਨੇ ਕੋਣ ਹੈ ਤੇ ਤਿੰਨੇ ਕੋਣਾਂ ਦਾ ਜਿਹੜਾ ਜੋੜ ਹੋਣਾ ਹੈ ਉਹ ਕਿੰਨਾ ਹੋਣਾ ਹੈ 180। ਇੱਕੋ ਰੇਖਾ ਤੇ ਕੋਣ ਹੈ 90 ਉਧਰ ਗਿਆ ਉਧਰ ਜਾ ਕੇ ਘਟਾ ਦਾ ਹੋ ਗਿਆ 180 ਚੋਂ 90 ਘਟਾਏ ਕਿੰਨਾ ਆ ਗਿਆ 90। ਮਤਲਬ A ਤੇ B ਦਾ ਜੋੜ 90 ਆ ਗਿਆ। ਜਦੋਂ ਦੋ ਕੋਣਾਂ ਦਾ ਜੋੜ 90 ਆਉਂਦਾ ਹੈ ਤਾਂ ਉਹ ਕਿਹੜੇ ਕੋਣ ਹੁੰਦੇ ਨੇ ਪੂਰਕ ਕੋਣ ਹੁੰਦੇ ਨੇ। ਜਦੋਂ ਦੋ ਕੋਣਾਂ ਦਾ ਜੋੜ ਕੀ ਆ ਜੇ 90 ਆ ਜੇ ਤਾਂ ਉਹ ਕਿਹੜੇ ਕੋਣ ਬਣ ਜਾਂਦੇ ਨੇ ਪੂਰਕ ਕੋਣ ਬਣਦੇ ਨੇ। ਉਹ ਚਾਹੇ ਡਾਇਗਰਾਮ ਹੋਵੇ ਜਾਂ ਵੈਸੇ ਮੈਂਸ਼ਨ ਆਪਾਂ ਨੂੰ ਕੀਤਾ ਹੋਵੇ। तो नैक्सट क्वेश्चन है चौथा क्वेश्चन दिता होया है इन्हां विचों किहड़ियां एक समकोण त्रिकोण दियां भुजावां हन। विच ऑफ द फॉलोइंग are sides of a right triangle या right angle triangle। ऑप्शन ने अपने कोले √13 3 2 4 4 8 2 3 4 √5 3 2। ਹੁਣ ਸਮਕੋਣੀ त्रिकोण ਦੀਆਂ ਆਪਾਂ ਭੁਜਾਵਾਂ ਪਤਾ ਕਰਨੀਆਂ ਤੇ ਆਪਾਂ ਨੂੰ ਪਤਾ ਹੈ ਉਹ ਪਾਈਥਾਗੋਰਸ ਥਿਓਰਮ ਨਾਲ ਸੰਬੰਧਿਤ ਹੁੰਦੀਆਂ ਨੇ। ਤੇ ਪਾਈਥਾਗੋਰਸ ਥਿਓਰਮ ਕੀ ਹੁੰਦੀ ਹੈ ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2। ਤੇ ਕਰਨ ਦੀ ਖਾਸੀਅਤ ਕਰਨ ਇਹਦੀ ਸਭ ਤੋਂ ਵੱਡੀ ਭੁਜਾ ਹੁੰਦੀ ਹੈ ਤਾਂ ਆਪਾਂ ਚੈੱਕ ਕਰਾਂਗੇ। ਆਪਾਂ ਪਹਿਲਾਂ ਨੂੰ ਚੈੱਕ ਕਰ ਰਹੇ ਹਾਂ 3 2 13 ਕਰਨ ਹੋ ਗਿਆ √13 ਕਿਉਂਕਿ ਵੱਡੀ ਭੁਜਾ ਹੈ। ਇੱਕ ਨੂੰ ਲੰਬ ਲੈ ਲਓ ਇੱਕ ਨੂੰ ਆਧਾਰ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਿਸੇ ਨੂੰ ਵੀ ਲੈ ਸਕਦੇ ਹੋ। ਲੰਬ ਨੂੰ ਆਪਾਂ ਮੰਨ ਲਓ 3 ਲੈ ਲਿਆ ਆਧਾਰ ਨੂੰ 2 ਵਰਗਮੂਲ ਦੇ ਨਾਲ 2 ਘਾਤ ਕੱਟ ਗਈ 13 3 ਦੀ 2 ਵਾਰ ਗੁਣਾ ਕੀਤੀ 30 9 2 दूनी 4 ਤਾਂ 13 ਬਰਾਬਰ 13। ਜਦੋਂ ਪਾਈਥਾਗੋਰਸ ਥਿਓਰਮ ਸਿੱਧ ਹੋ ਗਈ ਦੋਨੇ ਪਾਸੇ ਬਰਾਬਰ ਹੋ ਗਏ ਇਹਦਾ ਮਤਲਬ ਕੀ ਹੈ ਜਿਹੜੀਆਂ ਉਹ ਭੁਜਾਵਾਂ ਨੇ ਸਮਕੋਣ त्रिकोण ਦੀਆਂ ਭੁਜਾਵਾਂ ਨੇ ਤਾਂ ਇਸ ਦਾ ਮਤਲਬ ਆਪਾਂ ਨੂੰ ਹੁਣ ਇਹਨੂੰ ਅੱਗੇ ਹੱਲ ਕਰਨ ਦੀ ਲੋੜ ਨਹੀਂ ਹੈਗੀ। ਜੋ ਪਹਿਲੀ ਚੁਆਇਸ ਹੈ ਉਹ ਆਪਣਾ ਕੀ ਹੋ ਚੁੱਕਿਆ ਹੈ ਆਨਸਰ ਆ ਚੁੱਕਿਆ ਹੈ। ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਤੇ ਆਪਾਂ ਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ ਕਹਿੰਦੇ ਦਿੱਤੇ ਵਿਕਲਪਾਂ ਲਈ ਜੋ ਆਪਾਂ ਨੂੰ ਨੈਕਸਟ ਦਿੱਤਾ ਹੋਇਆ ਜਾਂ ਦਿੱਤੇ ਤ੍ਰਿਭੁਜ ਦੀਆਂ ਭੁਜਾਵਾਂ ਲਈ सही विकल्प चुनो। ये अपनी स्टेटमेंट है चूज द राइट ऑप्शन फॉर चूज द राइट ऑप्शन फॉर द साइड्स ऑफ गिवन ट्रायंगल। ਇਹ ਆਪਸ਼ਨਸ ਆਪਾਂ ਨੂੰ ਦਿੱਤੀਆਂ ਹੋਈਆਂ ਡਾਇਗਰਾਮ ਕੀ ਦਿੱਤੀ ਹੋਈ ਹੈ ਇੱਥੇ ਸਭ ਤੋਂ ਪਹਿਲਾਂ ਕਿਉਂਕਿ ਇਸ ਦਾ ਜੋ ਸਾਰਾ ਕਨਸੈਪਟ ਇੱਥੇ ਡਾਇਗਰਾਮ ਤੇ ਮੈਂਸ਼ਨ ਹੈ। ਇੱਥੇ ਆਪਾਂ ਨੂੰ P ਦੇ ਰੱਖਿਆ ਛੋਟੀ p ਇੱਥੇ A ਦੇ ਰੱਖਿਆ ਇੱਥੇ ਆਪਾਂ ਨੂੰ D ਦੇ ਰੱਖਿਆ। ਆਹ 70 ਡਿਗਰੀ ਹੈ ਆਹ 45 ਡਿਗਰੀ ਹੈ ਆਹ 65 ਡਿਗਰੀ ਆਪਾਂ ਨੂੰ ਇਹ ਡਾਇਗਰਾਮ ਦਿੱਤੀ ਹੋਈ ਹੈ। ਆਪਸ਼ਨਸ ਕੀ ਨੇ पहली ऑप्शन डी छोटा है ए छोटा है पी डी लेस देन ए
ਲੈਸ ਦੈਨ P, ਅੱਗੇ A ਲੈਸ ਦੈਨ P ਲੈਸ ਦੈਨ D, A ਛੋਟਾ ਹੈ P ਤੋਂ, ਛੋਟਾ ਹੈ D ਤੋਂ, ਅੱਗੇ P ਲੈਸ ਦੈਨ D ਲੈਸ ਦੈਨ A, P ਛੋਟਾ ਹੈ D ਤੋਂ, D ਛੋਟਾ ਹੈ E ਤੋਂ, ਤੇ ਲਾਸਟ ਹੈ D ਲੈਸ ਦੈਨ P ਲੈਸ ਦੈਨ A। ਤਾਂ ਹੁਣ ਇਹ ਦੇਖਣਾ ਹੈ, ਆਪਾਂ ਰਿਜ਼ਲਟ ਕਰ ਚੁੱਕੇ ਹਾਂ ਇੱਕ ਤਿਕੋਣ ਦੇ ਵਿੱਚ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਵੱਡੀ ਹੁੰਦੀ ਹੈ, ਤਾਂ ਇੱਥੇ ਸਭ ਤੋਂ ਵੱਡਾ ਕੋਣ ਇਹ ਹੈ, ਤਾਂ D ਸਭ ਤੋਂ ਵੱਡਾ ਹੋਣਾ D, ਉਦੋਂ ਬਾਅਦ 65 ਆ ਗਿਆ, ਉਦੋਂ ਛੋਟਾ P, ਉਦੋਂ ਛੋਟਾ ਫਿਰ A, ਆ ਸਭ ਤੋਂ ਵੱਡਾ, D ਵੱਡਾ ਹੈ P ਤੋਂ, ਵੱਡਾ ਹੈ A ਤੋਂ, ਪਰੰਤੂ ਆਪਾਂ ਨੂੰ ਛੋਟੇ ਦੇ ਹਿਸਾਬ ਨਾਲ ਦਿੱਤਾ, ਬਿਲਕੁਲ ਉਲਟਾ ਕਰ ਦੋ। ਜਦੋਂ ਉਲਟਾ ਕਰਤਾ ਦੇਖੋ ਆ ਗਿਆ, A ਛੋਟਾ ਹੈ P ਤੋਂ, ਛੋਟਾ ਹੈ D ਤੋਂ, ਤਾਂ ਜਿਹੜੀ ਚੁਆਇਸ ਆ ਰਹੀ ਹੈ ਉਹ ਆਪਣੀ ਕੀ ਆ ਰਹੀ ਹੈ, ਸੈਕਿੰਡ ਚੁਆਇਸ ਆ ਰਹੀ ਹੈ ਕਿ A ਲੈਸ ਦੈਨ P। ਦੇਖੋ ਰਿਜ਼ਲਟ ਵਰਤਿਆ ਗਿਆ ਹੈ, ਜੋ ਵੱਡਾ ਕੋਣ ਹੁੰਦਾ ਇੱਕ ਤਿਕੋਣ ਦੇ ਵਿੱਚ ਉਹਦੀ ਜਿਹੜੀ ਸਨਮੁਖ ਭੁਜਾ ਹੁੰਦੀ ਹੈ ਉਹ ਵੀ ਕੀ ਹੁੰਦੀ ਹੈ, ਵੱਡਾ ਹੁੰਦਾ ਹੈ। ਨੈਕਸਟ ਜੋ ਕੁਐਸਚਨ ਹੈ ਆਪਣੇ ਕੋਲ 6 ਕੁਐਸਚਨ ਹੈ, ਤ੍ਰਿਭੁਜ ਦੇ ਖੇਤਰਫਲ ਲਈ ਤ੍ਰਿਭੁਜ ਦੇ ਖੇਤਰਫਲ ਲਈ ਹੀਰੋ ਸੂਤਰ ਵਿੱਚ S ਕੀ ਦਰਸਾਉਂਦਾ ਹੈ। ਆਪਣੇ ਕੋਲੇ ਆ ਆਪਸ਼ਨ ਹੈ, in hero formula in hero's formula which is used to find area of triangle, what is represented by S? What is represented by S? ਆਪਾਂ ਨੂੰ ਇਹ ਹੈ, ਆਪਸ਼ਨਸ ਕੀ ਹੈ, ਤਿਕੋਣ ਦਾ ਪਰਿਮਾਪ, ਤ੍ਰਿਭੁਜ ਦਾ ਪਰਿਮਾਪ, ਪੈਰਾਮੀਟਰ ਆਫ ਅ ਟ੍ਰਾਇੰਗਲ ਜੋ ਪਹਿਲੀ ਆਪਸ਼ਨ ਹੈ, ਦੂਸਰਾ ਤ੍ਰਿਭੁਜ ਦਾ ਅਰਧ ਪਰਿਮਾਪ, ਸੈਮੀ ਪੈਰਾਮੀਟਰ ਆਫ ਅ ਟ੍ਰਾਇੰਗਲ, थर्ड ऑप्शन जो अपन देती है त्रिभुज का क्षेत्रफल, एरिया ऑफ ए ट्रायंगल, चौथी ऑप्शन दी है इन्हां विचों कोई नहीं, नन ऑफ दिस। हुण एस का मतलब की हुंदा है, सैमी पैरामीटर। एस वर्ड ही उत्थों लिया गया है सैमी पैरामीटर दे पहले लैटर तो, एस तो, तो फिर एक ही हो गया अर्ध परिमाप। तो जो अपने को चॉइस बन गई वो की बन गई, दूसरी चॉइस बन गई। तो अपने को बड़ा आसानी नाल देखो, क्वेश्चन की स्टेटमेंट थोड़ी जी वड्डी है पर जो क्वेश्चन का आंसर है वो बिना पढ़े ही लिखा जा सकता है, क्योंकि आप ये किन्ने ही क्वेश्चन कर चुके हैं। नेक्स्ट क्वेश्चन है जो 7th क्वेश्चन है, मोहनप्रीत अते हरमन, मोहनप्रीत अते हरमन एक 100 मीटर दौड़ विच भाग लै रहे हैं। एक 100 मीटर दौड़ विच भाग लै रहे हैं। उन्हां दे दौड़ जितन की संभावना, उन्हां दे दौड़ जितन की संभावना हेठ लिखे अनुसार है। अपन जो दिता होया की दिता होया देखो, इंग्लिश की मेंशन है, मोहनप्रीत एंड हरमन आर टेकिंग पार्ट इन 100 मीटर रेस। The probability of their winning is as follows।
जो जो ਆਪਾਂ ਨੂੰ ਦਿੱਤਾ ਹੈ ਮੈਂ ਇਕੱਠਾ ਹੀ ਲਿਖ ਰਿਹਾ ਉਸ ਦਾ, ਕਿਉਂਕਿ ਸਭ ਤੋਂ ਪਹਿਲਾਂ ਦਿੱਤਾ ਹੈ ਪ੍ਰੋਬੇਬਿਲਿਟੀ ਆਫ ਮੋਹਨ। ਮੋਹਨ ਦੀ ਪ੍ਰੋਬੇਬਿਲਿਟੀ, ਮੋਹਨ ਦੇ ਜਿੱਤਣ ਦੀ ਸੰਭਾਵਨਾ 0.3, ਪ੍ਰੀਤ ਦੀ 1/2 ਤੇ ਹਰਮਨ ਦੇ ਜਿੱਤਣ ਦੀ ਸੰਭਾਵਨਾ 20% ਆਪਾਂ ਨੂੰ ਇਹ ਦਿੱਤਾ ਹੈ। ਤੇ ਕੁਐਸਚਨ ਕੀ ਹੈ? ਕੁਐਸਚਨ ਜੋ ਪੁੱਛਿਆ ਗਿਆ ਇਹਨਾਂ ਵਿੱਚੋਂ ਕਿਸ ਦੇ ਜਿੱਤਣ ਦੀ ਸੰਭਾਵਨਾ ਸਭ ਤੋਂ ਵੱਧ ਹੈ? Who has the highest probability to winning the race? ऑप्शंस की ਦਿੱਤੀਆਂ ਹੋਈਆਂ? ਪਹਿਲਾ ਹਰਮਨ, दूसरा इन्हां विचों कोई नहीं, तीसरा मोहन, चौथा प्रीत। तो सब तो वधी पहला की करांगे आपां? मोहन दे देखो जितन की संभावना 0.3 है, प्रीत दे जितन की संभावना 1/2 है, हरमन की 20% है। तो अपना सब तो वधिया तरीका है आप प्रतिशत च बदलांगे। दशमलव है, पहला इनू भिन्न च बदलिया 3/10, फिर इनू प्रतिशत च बदलिया, 0 नाल 0 कट्टी 30%। ये ऑलरेडी भिन्न हैगा, इनू प्रतिशत च बदलिया, कितना आ गया 50। तो यदा मतलब मोहन के 30% चांस है जितन दे, प्रीत के 50% है, हरमन के 20% है। तो किहदे सब तो वध है? प्रीत दे जो जितन की संभावना की होगी सब तो वध होगी। नैक्सट क्वेश्चन पे चलते हैं हुण आपां। जो नैक्सट क्वेश्चन है अपने को 8th क्वेश्चन है, डायग्राम दी हुई है। चित्र विच कोण 4 बराबर है। इन गिवन फिगर एंगल 4 इज इक्वल टू। हुण डायग्राम है, इत्थे कोण 4 दिता होया आपां नूं, इत्थे कोण 1 है, इत्थे 2 है, इत्थे अपने कोल की है 3 है। जिहड़ियां 4 चॉइसिस आपां नूं दित्तियां वो किहड़ियां दित्तियां? कोण 2 प्लस कोण 3, कोण 1 प्लस कोण 2, कोण 1 प्लस कोण 2 प्लस कोण 3, कोण 1 प्लस कोण 3। आपां कोण 4 की गल करनी है। कोण 4 की सब तो इंपॉर्टेंट जोड़ी चीज़ है वो ये बारी कोण है। तो बारी कोण किहदे बराबर हुंदा है? अंदरले सन्मुख दोहां दे जोड़ दे। देखो 4 का अंदरला कितना हो गया? अगर आप 4 दे अंदरला 3, ओदे जो सामने वाले है सन्मुख है उन्हां दोहां दे जोड़ दे बराबर है। तो 4 किहदे बराबर आऊगा फिर? 1 प्लस 2 दे। तो अपने को की आ गई सैकेंड ऑप्शन अपने को आ चुकी है कि बाहरी कोण किहदे बराबर हुंदा है? अंदरूनी सन्मुख कोणां दे जोड़ दे बराबर हुंदा है। हुण 9th क्वेश्चन है, परिमेय संख्यावां नूं P/Q रूप विच लिखिया जा सकता है। परिमेय संख्यावां नूं P/Q रूप लिखिया जा सकता है जिथे रैशनल नंबर्स आर रिप्रेजेंटेड in the form of P/Q where choices की है? PQ संपूर्ण संख्यावां हैं, PQ संपूर्ण संख्यावां इंटीजर्स हैं अते Q बराबर है 0। पहली चॉइस आपां नूं ये दिती हुई है। दूसरी PQ वास्तविक संख्यावां हैं, रियल नंबर्स अते Q बराबर नहीं 0 दे। तीसरी ऑप्शन PQ संपूर्ण संख्यावां हैं, इंटीजर्स ने अते Q बराबर नहीं 0 दे। चौथी ऑप्शन
P Q अपरमेय संख्यावां हन इरैशनल ਅਤੇ Q बराबर नहीं 0 ਦੇ। ਹੁਣ ਇਹ ਦੇਖਿਆ ਜਾਵੇ ਪ੍ਰਮੇय ਸੰਖਿਆਵਾਂ ਦੀ ਪਰਿਭਾਸ਼ਾ ਤੇ ਗੱਲ ਕਰ ਰਹੇ ਆ ਤੇ ਪ੍ਰਮੇय ਸੰਖਿਆ ਦੀ ਪਰਿਭਾਸ਼ਾ ਕੀ ਸੀ? ਜੋ P ਵਟੇ Q ਰੂਪ ਚ ਹੋਣ, P ਤੇ Q ਸੰਪੂਰਨ ਸੰਖਿਆਵਾਂ ਹੋਣ ਅਤੇ Q 0 ਦੇ ਬਰਾਬਰ ਨਾ ਹੋਵੇ। ਤਾਂ ਆਪਣੇ ਕੋਲ ਆਪਸ਼ਨ ਕੀ ਆ ਗਈ? ਥਰਡ ਆਪਸ਼ਨ ਆ ਗਈ ਕਿ P Q ਸੰਪੂਰਨ ਸੰਖਿਆਵਾਂ ਨੇ। ਨੰਬਰ 2 Q ਬਰਾਬਰ ਹੈ। Q ਦਾ ਮਤਲਬ ਇੱਥੇ ਹਰ, ਕਿ ਜਿਹੜਾ ਹਰ ਹੈ ਉਹ 0 नहीं होना चाहिए। 10th क्वेश्चन बड़ा इंटरेस्टिंग क्वेश्चन आ रहा 10वां। कहते उस समकोण त्रिभुज का खेत्रफल पता करो। उस समकोण त्रिभुज का खेत्रफल पता करो जिस दियां भुजावां 24 सेंटीमीटर और 7 सेंटीमीटर हैं। जिस दियां भुजावां 24 सेंटीमीटर ਅਤੇ 7 सेंटीमीटर ਹਨ ਅਤੇ ਉਸ ਦਾ ਪਰਿਮਾਪ 56 सेंटीमीटर है। ਆ क्वेश्चन है। फाइंड द एरिया ऑफ ए राइट ट्रायंगल whose sides are 24 centimeter and 7 centimeter and parameter is 56 सेंटीमीटर। ऑप्शन दिती है 168 वर्ग सेंटीमीटर, नेक्स्ट 12/56 वर्ग सेंटीमीटर, नेक्स्ट 1/2 गुना 56 गुना 24 वर्ग सेंटीमीटर, तो लास्ट ऑप्शन है 84 वर्ग सेंटीमीटर। आ ऑप्शनस आपां नूं दित्तियां होईयां। हुण अगर देखा जाए ये जिहड़ा क्वेश्चन है ये किते ना किते हीरोज फॉर्मूला दा, तो तुसीं इहनूं वड्डा करन दी कोशिश करोगे, है ना। लेकिन एक सीधा तरीका दसदा, आपां नूं समकोण त्रिकोण दे रखी है, समकोण दे रखी है ना, तो समकोण त्रिकोण के खेत्रफल का की फार्मूला होंदा है? समकोण त्रिकोण के त्रिभुज के खेत्रफल का की फार्मूला होंदा है? सब तो पहला क्वेश्चन 1/2 गुना आधार गुना लंब। ठीक, इस बाद इत्थे आपां नूं की दे रखे है? भुजावां। जदों शब्द आ जाए समकोण त्रिकोण दियां भुजावां शब्द आ जाए, ये गल याद रखनी है, ਇਹਦਾ मतलब वो आधार ते लंब ने ਜਿਹੜੀਆਂ भुजावां की गल करते हैं। ਜਦੋਂ ਸਮਕੋਣ त्रिकोण ਦੀਆਂ ਭੁਜਾਵਾਂ ਦੇ ਦੇਣ ਤਾਂ ਉਹ ਕੀ ਹੁੰਦਾ? ਆਧਾਰ ਤੇ ਲੰਬ। ਤਾਂ ਫਿਰ ਇਹਦਾ ਮਤਲਬ ਆਪਾਂ ਨੂੰ ਪਰਿਮਾਪ ਤੱਕ ਜਾਣ ਦੀ ਲੋੜ ਨਹੀਂ ਹੈਗੀ। ਆਪਾਂ ਨੂੰ ਭੁਜਾਵਾਂ ਦੇਤੀਆਂ, ਇੱਕ 24 ਦੇਤੀ, ਇੱਕ 7 ਦੇਤੀ, ਹੱਲ ਕੀਤਾ, ਕਿੰਨਾ ਆ ਗਿਆ? 12/7 84 वर्ग सेंटीमीटर। तो ये बड़ी इंपॉर्टेंट चीज़ है। नहीं क्वेश्चन नूं तुसीं हीरो सूत्र दे नाल बहुत वड्डा लै जाओगे, पर यह क्वेश्चन बड़ी आसानी नाल हुंदा क्योंकि उहदे भुजावां दित्तियां होईयां ने, तो आपां नूं हल करन दी लोड़ नहीं हैगी। डायरैक्ट ही आपां क्वेश्चन नूं सॉल्व कर सकते हैं। हुण नैक्सट क्वेश्चन ते चलदे हां। राम अते श्याम मैच तो पहला, राम अते श्याम मैच तो पहला कोई मैच खेल रहे ने, उस तो पहला टास लई एक सिक्का उछालते हैं। नॉर्मल आप इस अकॉर्डिंग करते हैं। राम दे टास जितन दी की संभावना है? ये आपां नूं स्टेटमेंट दी हुई है। इंग्लिश की लिखा है? राम एंड श्याम टॉस द कॉइन बिफोर मैच। व्हाट इज द probability of Ram wins the toss? ऑप्शन की ने 25-25,
1/6 1/2 ਅਤੇ 1। ਹੁਣ ਸਿੱਕਾ ਉਛਾਲਿਆ ਗਿਆ, ਸਿੱਕੇ ਦੇ ਕਿੰਨੇ ਪਾਸੇ ਹੁੰਦੇ ਨੇ? 2, ਇੱਕ ਹੈਡ ਇੱਕ ਟੇਲ, ਤੇ ਕੁੱਲ ਕਿੰਨੇ ਪਾਸੇ ਹੁੰਦੇ ਨੇ ਉਹਦੇ? 2। ਠੀਕ, ਤੇ ਰਾਮ ਕੀ ਕਰੂਗਾ? ਇੱਕ ਲਊਗਾ, ਜਾਂ ਹੈਡ ਜਾਂ ਟੇਲ, ਤੇ ਠੀਕ ਹੈ ਨਾ। ਤਾਂ 2 ਦੇ ਵਿੱਚੋਂ ਇੱਕ ਪਾਸਾ ਰਾਮ ਚੂਜ਼ ਕਰੂਗਾ, ਤਾਂ ਫਿਰ ਰਾਮ ਦੀ ਸੰਭਾਵਨਾ ਕਿੰਨੀ ਹੋਗੀ? 1/2। ਸੇਮ ਕੁਐਸਚਨ ਇਹ ਸ਼ਾਮ ਦਾ ਬਣ ਜਾਣਾ ਹੈ। ਅਗਰ ਇਹ ਸ਼ਾਮ ਵਾਸਤੇ ਵੀ ਪੁੱਛਦੇ ਤਾਂ ਆਪਣਾ ਆਨਸਰ ਕੀ ਆਣਾ ਸੀ? ਇਹੀ ਆਣਾ ਸੀ ਕਿ ਸ਼ਾਮ ਦੇ ਜਿੱਤਣ ਦੀ ਸੰਭਾਵਨਾ ਵੀ ਕੀ ਆਣੀ ਹੈ? 1/2, ਕਿਉਂਕਿ 2 ਪਾਸਿਆਂ ਦੇ ਵਿੱਚੋਂ ਇੱਕ ਪਾਸਾ ਚੁਣਨਾ ਹੁੰਦਾ ਹੈ। ਤਾਂ ਫਿਰ ਆਪਸ਼ਨ ਕੀ ਆ ਗਈ? 1/2। ਨੈਕਸਟ ਕੁਐਸਚਨ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਤ੍ਰਿਭੁਜ ਦੀ ਸਰਵੰਗ ਸਮਤਾ ਦਾ ਨਿਯਮ ਨਹੀਂ ਹੈ? Which of the following is not a rule or criteria for congruency of triangles? ਆਪਾਂ ਨੂੰ ਆਪਸ਼ਨਸ ਹੈ, ਰੂਲ ਕਿਹੜੇ ਕਿਹੜੇ ਦਿੱਤੇ ਨੇ? SAS, SSS, SAS, SSS, ASA, AAA। ਤਾਂ ਕਲੀਅਰ ਹੈ, ਇਹਨਾਂ ਚਾਰਾਂ ਦੇ ਵਿੱਚੋਂ ਆਹ ਰੂਲ ਸਰਵੰਗ ਸਮਤਾ ਦਾ ਨਹੀਂ ਹੈ। ਬੜੀ ਆਸਾਨੀ ਨਾਲ ਇਹਨੂੰ ਆਪਾਂ ਡਾਇਰੈਕਟ ਲਿਖ ਸਕਦੇ ਹਾਂ। ਹੁਣ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਇਹ ਤਾਂ ਚਲੋ ਸੌਖਾ ਕੁਐਸਚਨ ਸੀ, ਡਾਇਰੈਕਟ ਆਪਾਂ ਨੂੰ ਪਤਾ ਲੱਗ ਗਿਆ ਸੀ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ। ਨੈਕਸਟ ਕੁਐਸਚਨ ਹੈ, ਇੱਕ ਤ੍ਰਿਭੁਜ ਆਕਾਰ ਦਾ ਇੱਕ ਤ੍ਰਿਭੁਜ ਆਕਾਰ ਦਾ ਭੂਖੰਡ ਦੀਆਂ ਭੁਜਾਵਾਂ ਦਾ ਅਨੁਪਾਤ ਦਾ ਅਨੁਪਾਤ 3:5:7 ਹੈ। ਇਸ ਦਾ ਪਰਿਮਾਪ 300 ਮੀਟਰ ਹੈ। ਭੁਜਾਵਾਂ ਦਾ ਅਨੁਪਾਤ ਦੇਤਾ, ਪਰਿਮਾਪ ਦੇਤਾ, ਖੇਤਰਫਲ ਪਤਾ ਕਰਨਾ ਹੈ। ਖੇਤਰਫਲ ਪਤਾ ਕਰੋ। ਸਟੇਟਮੈਂਟ ਇੰਗਲਿਸ਼ ਕੀ ਹੈ? ਅ ਟ੍ਰਾਇੰਗਲ ਸ਼ੇਪਡ ਲੈਂਡ has the sides in ratio 3:5:7 and its parameter is 300 meter. Find its area. एक क्वेश्चन आ गया अपने कोले, लेंथी क्वेश्चन है। ऑप्शन ने 1500√3 वर्ग मीटर, दूसरी 500√3 वर्ग मीटर, अगे 1500 वर्ग मीटर, चौथी 1000 वर्ग मीटर। हुण इस क्वेश्चन की खासियत, यह क्वेश्चन जिहड़ा आपां हल करने नूं पूरा हल करना पऊगा। देखो किवें, भुजावां ने 3:5:7 भुजावां अनुपात चों बाहर कड्ढियां 3x 5x ਅਤੇ 7x। परिमाप दे रखे 300 मीटर। ਤਾਂ परिमाप हुंदा ਤਿੰਨਾਂ ਭੁਜਾਵਾਂ ਦਾ ਜੋੜ, ਕਿੰਨਾ ਹੋ ਗਿਆ? 300। 3 ਤੇ 5 8 ਤੇ 7 15, ਤਾਂ x ਆ ਗਿਆ 300/15 20 मीटर। x ਦੀ ਕੀਮਤ ਆ ਗਈ। ਤਾਂ ਪਹਿਲੀ ਭੁਜਾ ਹੋ ਗਈ 3 ਗੁਣਾ x 60 मीटर, ਦੂਜੀ ਹੋ ਗਈ 5 ਗੁਣਾ 20 100 मीटर, ਤੀਜੀ ਹੋ ਗਈ 7 ਗੁਣਾ 20 140 मीटर। ਭੁਜਾਵਾਂ ਆ ਗਈਆਂ, ਖੇਤਰਫਲ ਕੱਢਣਾ ਹੈ। ਪਹਿਲਾ ਅਰਧ परिमाप ਵਟਾ 2, ਕਿਉਂਕਿ ਆਪਾਂ ਨੂੰ ਸਿੱਧਾ परिमाप ਦਿੱਤਾ ਹੋਇਆ ਹੈ ਤਾਂ ਆਪਾਂ ਨੂੰ ਇਹਨੂੰ ਜੋੜਨ ਦੀ ਲੋੜ ਨਹੀਂ ਹੈਗੀ। ਕਿੰਨਾ ਆ ਗਿਆ? 150। ਖੇਤਰਫਲ ਅਰਧ परिमाप ਚੋਂ ਪਹਿਲੀ ਭੁਜਾ ਕਟਾਈ, ਅਰਧ परिमाप ਚੋਂ ਦੂਜੀ ਭੁਜਾ ਕਟਾਈ, ਅਰਧ परिमाप ਚੋਂ
तीसरी भुजा घटाई। अर्ध परिमाप कितना 150, 150 चों 60 घटाए, 150 चों 100 घटाए, 150 चों 140 घटाए। हुण घटा करिए 60 घटाए 90, 100 घटाए 50, 40 घटाए 10। सौखा करन लई इत्थे 4 ਜ਼ੀਰੋਆਂ ਦੇ ਨਾਲ गुणा है, मतलब एक एक 4 ਜ਼ੀਰੋਆਂ, तो 2 ਜ਼ੀਰੋਆਂ ਤਾਂ बाहर आ गई। आप सीधा लिख सकते हैं 15, 3 5 15, 9 तीओ तीओ 9, 5 ओमे तो ओमे, एक दी आपां नूं लोड़ नहीं हैगी। 2 3 दे विचों 1 3 बार, 2 5 दे विचों 1 5 बार, पिछे 1 3 बच गया। 5 तिया 15 एकम 15, तो यह हो गया 1500 √ 3 वर्ग मीटर। तो जिहड़ा अपनी चॉइस आ गई वो की आ गई 1500 √ 3 वर्ग मीटर। देखो क्वेश्चन लेंथी है, सॉल्व करना पैना है क्योंकि ਇਹਦਾ कोई शॉर्ट टैक्नीक नहीं हैगी। तो ਇਹਨੂੰ बड़ी आसानी ਦੇ ਨਾਲ ਆਪਾਂ हल करता जिवें ਆਪਾਂ 12th चैप्टर ਦੇ ਵਿੱਚ ਕਰਦੇ ਸੀ। ਹੁਣ ਨੈਕਸਟ ਆਪਸ਼ਨ ਆਪਣੇ ਕੋਲੇ ਹੈ जो 14ਵਾਂ क्वेश्चन है अपना। 14ਵਾਂ क्वेश्चन की कह रहा है, ਜਦੋਂ 1/2 ਦੇ ਹਰ ਦਾ ਪ੍ਰਮੇयीकरण रैशनलाइजेशन किता जाता है तां ओह √k/10 बन जाता है। तो k का मुल पता करना है। व्हाट इज द वैल्यू ऑफ k when the denominator of this is rationalized, it becomes √k/10, then k is equal to values ने 5 10 2 1। हुण आपां नूं आ दिता है, आपां इहदे हर दा प्रमेयीकरण करना है। सब तो पहला चीज़ ये देखो, हर दे विच एक पदी है कि 2 पदी? एक पदी है। तो एक पदी की आप कली अंडरूट वाली नाल गुणा करते होंगे जो एक पदी होवे, उत्थे चाहे एक पदी दे विच 2 संख्या की गुणा होवे चाहे 3 की। तो ये आ गया 1 की √5 नाल कीती √5, √5 की √5 नाल कीती 5, √5/10। तो आपां नूं इन्हां ने की कहा देखो √k/10। तो जो तुलना करिए ध्यान नाल देखिए के की कीमत कितनी आ चुकी है, 5 आ चुकी है। के की कीमत हल की देखो कितनी आ गई अपने को 5 आ गई। क्योंकि इत्थे सिर्फ एको ही जो गलती होनी है, क्योंकि हर दे विच अपने को एक पदी है 2 √5 है। तो जिहड़ा इत्थे आपां प्रमेयीकरण करांगे, रैशनलाइज करांगे, वो आपां √5 दे नाल करांगे। नैक्सट है चित्र विच जे AB समांतर CD है तां X दा मुल पता करो। इन फिगर if AB is parallel to CD then find X। हुण जो डायग्राम आपां नूं दित्ती है वो इस अकॉर्डिंग दित्ती हुई है। 2 समांतर रेखावां ने ए बी ते सी डी, एक काटवीं रेखा उन्होंने की कर रही है, कट रही है। इत्थे एक्स है, इत्थे आपां नूं 130 डिग्री दे रखा है। तो ऑप्शनां की आ गई 130 डिग्री, 180 डिग्री, 90 डिग्री, 210 डिग्री। 2 समांतर रेखावां काटवीं कट रही है, इक्को दिशा के जिहड़े कोण हुंदे ने एफ शेप जिहड़े कोण हुंदे ने वो संगत कोण हुंदे ने। तो इसदा मतलब ये दोनों फिर की होणगे, बराबर होणगे। क्यों होणगे? क्योंकि ये दोनों किहड़े ने? संगत कोण ने। दोनों किहड़े कोण ने? ये संगत कोण है। तो जो एक्स की कीमत आ गई इत्थे कितनी आ जानी है? 130 डिग्री। नैक्सट क्वेश्चन है, दिते चित्र विच एक्स का मुल पता करो। फाइंड एक्स इन द
ਗਿਵਨ ਫਿਗਰ। ਆਪਾਂ ਨੂੰ ਇੱਥੇ ਡਾਇਗਰਾਮ ਦਿੱਤੀ ਹੈ ਇੱਕ, ਕੀ ਡਾਇਗਰਾਮ ਹੈ ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਪੀ ਕਿਊ ਆਰ ਐਸ, ਇੱਕ ਵਿਕਰਨ ਦੇ ਰੱਖਿਆ, ਭੁਜਾਵਾਂ ਦੇਤੀਆਂ 5 5 7.2 7.2, ਠੀਕ। ਕੁਝ ਕੁ ਕੋਣ ਦਿੱਤੇ ਨੇ 115 ਡਿਗਰੀ 32 ਡਿਗਰੀ। ਇੱਥੇ ਆਪਾਂ ਨੂੰ ਐਕਸ ਦਿੱਤਾ ਹੈ। ਆਪਸ਼ਨਾਂ ਨੇ 35 55 33 ਤੇ 65। ਸਭ ਤੋਂ ਪਹਿਲੀ ਗੱਲ ਆਪਾਂ ਨੂੰ ਡਾਇਗਰਾਮ ਬਾਰੇ ਕੁਝ ਨਹੀਂ ਕਿਹਾ, ਡਾਇਗਰਾਮ ਕੀ ਦਿੱਤੀ ਹੈ। ਹੁਣ ਇੱਥੇ ਦੇਖੋ ਖਾਸੀਅਤ ਇਹਦੀ, ਆਹ ਦੋਨੇ ਬਰਾਬਰ ਨੇ, ਸਨਮੁਖ ਭੁਜਾਵਾਂ ਆਹ ਦੋਨੇ ਬਰਾਬਰ ਹੈ, ਤਾਂ ਇਹਦਾ ਮਤਲਬ ਸਨਮੁਖ ਭੁਜਾਵਾਂ ਕੀ ਹੋ ਗਿਆ ਬਰਾਬਰ। ਇੱਕ ਚਤੁਰਭੁਜ ਦੇ ਵਿੱਚ ਜਦੋਂ ਸਨਮੁਖ ਭੁਜਾਵਾਂ ਬਰਾਬਰ ਨੇ, ਉਹ ਚਤੁਰਭੁਜ ਕਿਹੜੀ ਹੁੰਦੀ ਹੈ? ਸਮਾਂਤਰ ਚਤੁਰਭੁਜ, ਪੈਰਲਲੋਗ੍ਰਾਮ। ਕਿਹੜੀ ਹੁੰਦੀ ਆ ਉਹ? ਸਮਾਂਤਰ ਚਤੁਰਭੁਜ ਪੈਰਲਲੋਗ੍ਰਾਮ ਹੁੰਦੀ ਹੈ। ਤੇ ਪੈਰਲਲੋਗ੍ਰਾਮ ਦੀ ਖਾਸੀਅਤ ਫਿਰ ਕੀ ਹੋਗੀ? ਆ ਸਮਾਂਤਰ ਵੀ ਹੋ ਗਈਆਂ, ਤੇ ਜਦੋਂ ਇਹ ਸਮਾਂਤਰ ਹੋ ਗਈਆਂ ਤਾਂ ਜਿਹੜੀ Z ਸ਼ੇਪ ਬਣ ਰਹੀ ਹੈ, ਜਿੱਥੇ ਮੈਂ ਲਾਲ ਮਾਰਕਰ ਚਲਾਇਆ, ਆਹ ਹਿੱਸਾ ਤੇ ਆਹ ਹਿੱਸਾ, ਆ ਕਿਹੜੇ ਕੋਣ ਹੋ ਗਏ? ਇਕਾਂਤਰ ਕੋਣ। ਤੇ ਇਹ ਵੀ ਕੀ ਹੋ ਗਏ ਫਿਰ ਬਰਾਬਰ। ਤੇ ਜੇ ਆ x ਹੈ, ਆ ਵੀ ਕੀ ਹੋ ਗਿਆ? x ਹੋ ਗਿਆ। ਹੁਣ ਨਿਚਲਾ ਹਿੱਸਾ ਦੇਖੋ, ਸਿਰਫ ਨਿਚਲਾ ਹਿੱਸਾ, ਆ ਤਿਕੋਣ ਬਣ ਗਈ। ਤਿੰਨੇ ਕੋਣਾਂ ਦਾ ਜੋੜ 180, ਜਾਂ ਦੋ ਨੂੰ ਜੋੜਿਆ 180 ਦੇ ਵਿੱਚੋਂ ਕੀ ਕਰਤਾ? ਘਟਾ ਕਰਤਾ, ਤੇ ਆਪਣੇ ਕੋਲ ਕੀ ਆ ਗਿਆ ਉਹਦਾ ਆਨਸਰ। ਦੇਖੋ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਆਪਾਂ ਨੂੰ ਇੱਥੇ ਡਾਇਗਰਾਮ ਬਾਰੇ ਕੁਝ ਵੀ ਮੈਂਸ਼ਨ ਨਹੀਂ ਕੀਤਾ ਹੋਇਆ, ਆਪਾਂ ਨੂੰ ਸਿਰਫ ਉਹਦੀਆਂ ਭੁਜਾਵਾਂ ਦੇਤੀਆਂ, ਤੇ ਉਹ ਆਪਾਂ ਆਪ ਹੱਲ ਕਰਨਾ ਹੈ ਕਿ ਕੀ ਦਿੱਤਾ ਹੋਇਆ। ਨੈਕਸਟ ਕੁਐਸਚਨ ਤੇ ਆਪਾਂ ਗੱਲ ਕਰਦੇ ਹਾਂ। ਡਾਇਗਰਾਮ ਉੱਥੇ ਵੀ ਦਿੱਤੀ ਹੋਈ ਹੈ ਆਪਾਂ ਨੂੰ। ਨੈਕਸਟ ਕੁਐਸਚਨ ਹੈ, ਦਿੱਤੇ ਚਿੱਤਰ ਵਿੱਚ ਰੇਖਾਵਾਂ AB ਅਤੇ CD ਬਿੰਦੂ O ਤੇ ਕੱਟਦੀਆਂ ਹਨ। ਬਿੰਦੂ O ਤੇ ਕੱਟਦੀਆਂ ਹਨ। ਜੇਕਰ ਕੋਣ AOC ਪਲੱਸ ਕੋਣ BOE ਬਰਾਬਰ 70 ਡਿਗਰੀ ਹੈ, ਅਤੇ ਕੋਣ BOD ਬਰਾਬਰ 40 ਡਿਗਰੀ ਹੈ, ਤਾਂ ਕੋਣ COE ਪਤਾ ਕਰੋ। In given figure, lines AB and CD intersect at O. If angle AOC plus BOE is equal to 70 and angle BOD is equal to 40, then find COE। ਆਹ ਆਪਾਂ ਨੂੰ ਦਿੱਤਾ ਹੋਇਆ ਹੈ। ਡਾਇਗਰਾਮ ਦੇਖੋ, AB CD O, ਇੱਕ ਆਪਣੇ ਕੋਲੇ E ਹੈ। ਆਹ ਡਾਇਗਰਾਮ ਦਿੱਤੀ ਹੋਈ ਹੈ। ਆਪਸ਼ਨਸ ਕੀ ਕੀ ਹੈ ਆਪਣੇ ਕੋਲੇ? 80 110 70 100। 80 110 70 100 ਆ ਦਿੱਤਾ। ਹੁਣ ਦੇਖੋ ਪਹਿਲਾਂ ਕੀ ਕੀ ਦਿੱਤਾ ਹੋਇਆ। ਸਭ ਤੋਂ ਪਹਿਲਾਂ ਦਿੱਤੀ ਆਪਾਂ ਨੂੰ AOC ਆ ਕੋਣ, BOE ਆ ਕੋਣ। ਮਤਲਬ A plus B ਬਰਾਬਰ ਹੈ 70 ਡਿਗਰੀ। ਕੋਣ BOD 40 ਹੋ ਗਿਆ। ਹੁਣ ਧਿਆਨ ਨਾਲ ਦੇਖੋ, ਆ BOD ਹੈ, ਇਹੀ ਹੈ ਨਾ। ਆ ਰੇਖਾ ਅੱਗੇ ਵਧਾਤੀ, ਆ ਅੱਗੇ ਵਧਾਤੀ, ਤਾਂ ਇਹਦਾ ਮਤਲਬ A ਕਿੰਨਾ ਹੋ ਗਿਆ? 40 ਹੋ ਗਿਆ ਸਿਖਰ ਸਨਮੁਖ। ਅਗਰ A 40 ਹੈ ਤਾਂ B ਕਿੰਨਾ ਹੋ ਗਿਆ? 30 ਡਿਗਰੀ। A 40 ਹੈ, B ਕਿੰਨਾ ਹੋ ਗਿਆ? 30 ਡਿਗਰੀ। ਆਪਾਂ ਨੇ COE ਪਤਾ ਕਰਨਾ ਹੈ।
ਹੁਣ ਇਹਨੂੰ ਹੱਲ ਕਰ ਲਿਆ, ਪਰ ਇਹਨੂੰ ਹੱਲ ਕਰਨ ਦੀ ਲੋੜ ਵੀ ਨਹੀਂ ਹੈਗੀ। ਕਿਉਂ ਨਹੀਂ ਹੈਗੀ, ਮੈਂ ਦੱਸਦਾ। ਆਪਾਂ ਸਿਰਫ ਉੱਪਰਲੀ ਡਾਇਗਰਾਮ ਤੇ ਗੱਲ ਕਰ ਰਹੇ ਹਾਂ। ਦੇਖੋ ਸਿਰਫ ਉੱਪਰਲੀ ਡਾਇਗਰਾਮ ਆ ਹੈ, A ਤੇ B ਦਾ ਜੋੜ 70 ਹੈ, ਇਹਨੂੰ ਮੈਂ ਨਾਮ ਦਿੱਤਾ C। ਤਿੰਨੋਂ ਇੱਕੋ ਰੇਖਾ ਤੇ ਨੇ ਤੇ ਇਹਦਾ 180 ਹੋ ਗਿਆ। A ਤੇ B 70 ਹੈ ਤਾਂ ਫਿਰ C ਕਿੰਨਾ ਰਹਿ ਗਿਆ ਪਿੱਛੇ, 110। ਆਪਾਂ ਨੂੰ ਹੱਲ ਕਰਨ ਦੀ ਲੋੜ ਹੈ ਹੀ ਨਹੀਂ, ਕੁਐਸਚਨ ਆਪਣਾ ਸਿੱਧਾ ਹੱਲ ਹੋ ਰਿਹਾ ਹੈ। ਉਹ ਮੈਂ ਵੈਸੇ ਹੱਲ ਕੀਤਾ ਜਿਵੇਂ ਆਪਾਂ ਕੁਐਸਚਨ ਹੱਲ ਕਰਦੇ ਆ ਪੂਰਾ, ਕਈ ਵਾਰ ਤੁਸੀਂ ਇੱਥੋਂ ਟਰਾਈ ਕਰ ਸਕਦੇ ਹੋ, ਪਰ ਇਹ ਕੁਐਸਚਨ ਸਿੱਧਾ ਹੱਲ ਹੋ ਰਿਹਾ ਹੈ। ਆਪਾਂ ਨੂੰ ਅੱਧੀ ਇਨਫੋਰਮੇਸ਼ਨ ਦੀ ਇੱਥੇ ਲੋੜ ਨਹੀਂ ਹੈਗੀ, ਜਿਵੇਂ ਆਪਾਂ ਉਹ ਸਮਕੋਣੀ ਤਿਕੋਣ ਵਾਲਾ ਕੁਐਸਚਨ ਕੀਤਾ ਸੀ ਜਿਸ ਪਰਿਮਾਪ ਦੀ ਲੋੜ ਨਹੀਂ ਸੀ। ਨੈਕਸਟ, ਸਰਲ ਕਰੋ। ਸਿੰਪਲੀਫਾਈ। 3 + √3 ਗੁਣਾ 3 - √3। ਆਪਸ਼ਨਾਂ ਨੇ 6, 10, 15, 20। ਹੁਣ ਇੱਥੇ ਇਹ ਬਣ ਗਿਆ ਫਾਰਮੂਲਾ A + B A - B, ਪਹਿਲੀ ਪਲੱਸ ਦੂਜੀ, ਪਹਿਲੀ ਮਾਈਨਸ ਦੂਜੀ, ਪਹਿਲੀ ਦੀ 2 ਮਾਈਨਸ ਦੂਜੀ ਦੀ 2। 2 ਘਾਤ ਦਾ ਮਤਲਬ 2 ਵਾਰ ਗੁਣਾ। ਤੀਓ 9, √3 ਦੀ √3 ਨਾਲ ਕੀਤੀ 3, 9 ਚੋਂ 3 ਘਟਾਏ, 9 ਚੋਂ 3 ਘਟਾਏ 6, ਤਾਂ ਆਪਣਾ ਕਿੰਨਾ ਆਂਸਰ ਆ ਗਿਆ, ਆਹ ਚੀਜ਼ ਆ ਚੁੱਕੀ। ਹੁਣ ਨੈਕਸਟ ਕੁਐਸਚਨ ਹੈ 19ਵਾਂ ਕੁਐਸਚਨ। ਇੱਕ ਕ੍ਰਿਕਟ ਮੈਚ ਵਿੱਚ ਮਹਿਲਾ ਬੱਲੇਬਾਜ਼ ਖੇਡੀਆਂ ਗਈਆਂ 30 ਗੇਂਦਾਂ ਵਿੱਚੋਂ 30 ਗੇਂਦਾਂ ਵਿੱਚੋਂ, ਇਹਦਾ ਮਤਲਬ ਕੀ ਹੈ, ਉਹਨੇ ਕੁੱਲ ਕਿੰਨੀਆਂ ਗੇਂਦਾਂ ਖੇਡੀਆਂ, 30 ਗੇਂਦਾਂ, 6 ਵਾਰ ਚੌਕਾ ਮਾਰਦੀ ਹੈ, ਬਾਉਂਡਰੀ ਮਾਰਦੀ ਹੈ, 6 ਵਾਰ ਚੌਕਾ ਮਾਰਦੀ ਹੈ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਪਤਾ ਕਰੋ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਪਤਾ ਕਰੋ। ਆਹ ਆਪਾਂ ਨੂੰ ਇੱਕ ਸਟੇਟਮੈਂਟ ਦਿੱਤੀ ਹੋਈ ਹੈ। ਇਨ ਅ ਕ੍ਰਿਕਟ ਮੈਚ a batswoman hits a boundary hits a boundary 6 times out of 30 balls. अपनी इंफॉर्मेशन आ गई। Find the probability that she did not hit a boundary. Find the probability that she did not hit the boundary. ਆਹ ਆਪਣੀ ਸਟੇਟਮੈਂਟ ਹੈ। ਆਪਸ਼ਨਸ ਆਪਾਂ ਨੂੰ ਕੀ ਦਿੱਤੀਆਂ ਹੋਈਆਂ, 5/4, 4/5। ਆਪਸ਼ਨ ਮੈਂ ਇੱਥੇ ਲਿਖ ਰਿਹਾ, 5/4, 4/5, 3/5, 2/5। ਇਹ ਆਪਾਂ ਨੂੰ ਆਪਸ਼ਨ ਦਿੱਤੀਆਂ ਹੋਈਆਂ ਨੇ 4। ਹੁਣ ਕੁੱਲ ਗੇਂਦਾਂ ਕਿੰਨੀਆਂ ਖੇਡੀਆਂ ਉਹਨੇ, 30। 30 ਵਿੱਚੋਂ 6 ਤੇ ਉਹਨੇ ਚੌਕਾ ਮਾਰਿਆ ਤੇ ਕਿੰਨਿਆਂ ਤੇ ਨਹੀਂ ਮਾਰਿਆ, 30 ਵਿੱਚੋਂ 24 ਤੇ। ਤਾਂ ਪ੍ਰੋਬੇਬਿਲਿਟੀ ਕੀ ਹੋ ਗਈ, ਸੰਭਾਵਨਾ ਕਿੰਨੀ ਹੋ ਗਈ, 24/30। 6 ਦੇ ਪਹਾੜੇ ਤੇ ਗਿਆ, 6 ਚੌਕਾ 24, 6 5 30। ਤਾਂ ਜਿਹੜੀ ਆਪਣਾ ਆਂਸਰ ਆ ਗਿਆ ਉਹ ਕਿੰਨਾ ਆ ਗਿਆ, 4/5। ਦੇਖੋ ਕਿੰਨਿਆਂ, ਇੱਥੇ ਇੱਕ ਗੱਲ ਧਿਆਨ ਰੱਖਣੀ ਹੈ, ਚੌਕਾ 6 ਤੇ ਮਾਰਿਆ ਹੈ, ਪਰੰਤੂ ਕੁਐਸਚਨ ਕੀ ਪੁੱਛਿਆ ਗਿਆ ਹੈ, ਕੁਐਸਚਨ ਕੀ ਪੁੱਛਿਆ ਗਿਆ ਹੈ, ਚੌਕਾ ਨਹੀਂ ਮਾਰਿਆ। ਕਿੰਨੀਆਂ ਤੇ ਨਹੀਂ ਮਾਰਿਆ, 24 ਤੇ। ਲਾਸਟ ਕੁਐਸਚਨ, ਇੱਕ ਸਮਚਤੁਰਭੁਜ ਦੇ ਆਕਾਰ ਵਾਲੇ ਖੇਤ ਵਿੱਚ ਆਕਾਰ ਵਾਲੇ ਖੇਤ ਵਿੱਚ 18 ਗਾਵਾਂ ਨੂੰ ਚਰਾਉਣ ਲਈ ਹਰਾ ਘਾਹ ਹੈ।
हरा घा है। जे समचतुर्भुज दी हरेक भुजा 30 मीटर होवे अते वड्डा विकर्ण 48 मीटर है। देखो भुजावां देतियां, एक विकर्ण देता, तां इस खेत का खेत्रफल पता करो। आ स्टेटमेंट आपां नूं दित्ती हुई है। इंग्लिश की है? अ रोम्बस शेप्ड फील्ड has green grass for 18 cows to graze. If side of the field is 30 meter and its longer diagonal is 48 meter, find the area of the field. आ स्टेटमेंट आपां नूं दित्ती हुई है। ऑप्शंस की है? 432 स्क्वायर मीटर, 864 स्क्वायर मीटर, 1728 स्क्वायर मीटर, 210.5 स्क्वायर मीटर। इस क्वेश्चन च कन्फ्यूजन की है? जिहड़ी पहली लाइन है 18 गावां, कारण की है? आपां नूं एक समचतुर्भुज का मतलब जिहदियां चारे भुजावां बराबर होंदियां, एक खेत देता जिहदियां चारे भुजावां की जिहड़ी लंबाई 30 है, एक जो डायगनल है विकर्ण है 48 मीटर है। ਆਪਾਂ ਇਹਦਾ ਖੇਤਰਫਲ पता करना। देखो गावां ਦਾ ਇੱਥੇ ਕੁਝ ਨਹੀਂ ਪੁੱਛਿਆ ਗਿਆ ਜਿਹੜੀ ਕਨਫਿਊਜ਼ਨ ਹੋ ਸਕਦੀ ਹੈ। ਤਾਂ ਹੁਣ ਇੱਥੇ ਦੇਖੋ ਆ ਜਿਹੜੀ ਚਤੁਰਭੁਜ ਹੈ ਇਹ ਦੋ ਇੱਕੋ ਨਾਲ ਦੀਆਂ ਤਿਕੋਣਾਂ 'ਚ ਵੰਡੀ ਗਈ ਸਰਵੰਗ ਸਮਝ। ਇੱਥੇ ਭੁਜਾ 30 48 ਹੈ, ਇੱਥੇ ਵੀ 30 48 ਹੈ। ਤਾਂ ਇਹਦਾ ਮਤਲਬ ਜੇ ਆਪਾਂ ਇੱਕ ਤਿਕੋਣ ਦਾ ਖੇਤਰਫਲ ਕੱਢ ਲਈਏ ਤਾਂ ਚਤੁਰਭੁਜ ਦਾ ਖੇਤਰਫਲ ਉਸ ਤੋਂ ਕੀ ਹੋ ਜਾਊਗਾ? ਡਬਲ ਹੋ ਜਾਣਾ ਹੈ, ਦੁੱਗਣਾ ਹੋ ਜਾਣਾ ਹੈ। ਤਾਂ ਕੀ ਫਾਰਮੂਲਾ ਹੈ? अर्ध परिमाप भुजावां 30 30 48 है, 30 30 60 48 108/2। अर्ध परिमाप कितना आ गया? 54। तो खेत्रफल का फिर की फॉर्मूला है? हाँ जी, अर्ध परिमाप चो पहली भुजा कटाई, फिर दूसरी कटाई, फिर तीसरी कटाई। ये हो गया 54। 54 चो 30 कटाया, फिर 54 चो 30 कटाया, फिर 54 चो 48 कटाया। तो अपने को आ गया 54 24 24 6। आ दो 24 चो एक 24 तो सीधा ही बाहर कढ़ दें आप। 54 के गुणनखंड बनाओ, की बननगे? 30 30 9 9 30 27 27 दूनी 54, 6 दे 2 30 6। हुण 2 3 दे विचों एक 3 बार, 2 3 दे विचों एक 3 बार, 2 2 दे विचों एक 2 बार, अंडररूट खाली रह गया। खाली का मतलब इनू आप पूरा खत्म कर सकते हैं। बस हुण गुना करना है। 24 तिया 72, 72 तिया 216, 216 दूनी 432 वर्ग मीटर। तो यदा मतलब खेत का जो खेत्रफल आ गया वो कितना आ गया? 432 वर्ग मीटर। तो दोस्तों यह सी अपने कोले 9वीं क्लास के पैस की सोल्यूशन की। थैंक यू।